प्यारे बच्चों, लास्ट ਲੈਕਚਰ ਦੇ ਵਿੱਚ ਅਸੀਂ ਕੰਜ਼ਰਵੇਟਿਵ ਫੋਰਸਿਸ ਬਾਰੇ ਅਸੀਂ ਡਿਸਕਸ ਕਰ ਰਹੇ ਸੀ ਕਿ ਕੰਜ਼ਰਵੇਟਿਵ ਫੋਰਸ ਉਹ ਫੋਰਸ ਹੁੰਦੀ ਹੈ ਜੇਕਰ ਵਰਕ ਡਨ ਬਾय ਦ ਫੋਰਸ ਇਜ਼ ਇੰਡੀਪੈਂਡੈਂਟ ਟੂ ਦਾ ਪਾਥ ਫਾਲੋਡ। ਜੇਕਰ ਕੋਈ ਫੋਰਸ ਵਰਕ ਕਰਦੀ ਹੈ ਕਿਸੇ ਬਾਡੀ ਨੂੰ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਦੇ ਉੱਤੇ ਡਿਸਪਲੇਸ ਕਰਨ ਵਾਲਾ, ਤੇ ਜੇਕਰ ਉਹ ਵਰਕ ਡਨ ਪਾਥ ਦੇ ਉੱਤੇ ਡਿਪੈਂਡ ਨਹੀਂ ਕਰਦਾ, ਸਿਰਫ ਤੇ ਸਿਰਫ ਉਹਦੀ ਇਨੀਸ਼ੀਅਲ ਤੇ ਫਾਈਨਲ ਪੋਜੀਸ਼ਨ ਦੇ ਉੱਪਰ ਹੀ ਡਿਪੈਂਡ ਕਰਦਾ ਹੈ, ਤੇ ਉਸ ਨੂੰ ਅਸੀਂ ਬੋਲਦੇ ਹਾਂ ਕੰਜ਼ਰਵੇਟਿਵ ਫੋਰਸ। ਇਹ ਅਸੀਂ ਕੱਲ ਡਿਟੇਲ ਦੇ ਵਿੱਚ ਅਸੀਂ ਪੜ੍ਹਿਆ। ਅਸੀਂ ਆ ਵੀ ਪ੍ਰੂਵ ਕੀਤਾ ਸੀ ਕਿ ਗ੍ਰੈਵਿਟੇਸ਼ਨਲ ਫੋਰਸ ਜਿਹੜੀ ਹੈ ਉਹ ਕੰਜ਼ਰਵੇਟਿਵ ਫੋਰਸ ਹੈ। ਤੇ ਅਸੀਂ ਕਿਸ ਤਰ੍ਹਾਂ ਪ੍ਰੂਵ ਕੀਤਾ ਸੀ ਕਿ ਬਾਡੀ ਨੂੰ A ਪੁਆਇੰਟ ਤੋਂ B ਪੁਆਇੰਟ ਤੇ ਜਦੋਂ ਅਸੀਂ ਬਿਲਕੁਲ ਵਰਟੀਕਲੀ ਅਪਵਰਡ ਖੜਿਆ ਤੇ ਸਾਡਾ ਜਿਹੜਾ ਵਰਕ ਡਨ ਸਾਡੇ ਕੋਲ ਆਇਆ ਸੀ that is equal to mgh। ਉਹ ਵਰਕ ਸੀਗਾ ਸਾਡੇ ਕੋਲ mgh। ਪਰ ਜਦੋਂ ਅਸੀਂ ਬਾਡੀ ਨੂੰ ਵਰਟੀਕਲ ਹੋਰੀਜ਼ੋਨਟਲ ਦੇ ਜਿਹੜੇ ਸਟੈਪ ਦੇ ਵਿੱਚ ਖੜਿਆ, ਉਦੋਂ ਵੀ ਸਾਡੇ ਕੋਲ ਜਿਹੜਾ ਹੈ ਵਰਕ ਡਨ ਕਿੰਨਾ ਆਇਆ ਸੀ ਸਾਡੇ ਕੋਲ mgh। ਦੋਨੋਂ ਕੇਸਿਸ ਦੇ ਵਿੱਚ ਸਾਡਾ ਵਰਕ ਡਨ ਸੇਮ ਆ ਰਿਹਾ ਸੀ। ਪਹਿਲੀ ਵਾਰੀ ਪਾਥ ਬਿਲਕੁਲ ਵਰਟੀਕਲ ਸੀ, ਦੂਜੀ ਵਾਰੀ ਪਾਥ ਜਿਹੜਾ ਸੀ ਵਰਟੀਕਲ ਹੋਰੀਜ਼ੋਨਟਲ ਦਾ ਕੰਬੀਨੇਸ਼ਨ ਸੀ। ਬਟ ਦੋਨਾਂ ਕੇਸਾਂ ਵਿੱਚ ਅਸੀਂ ਹਾਈਟ ਜਿਹੜੀ ਹੈ ਸੇਮ ਰੱਖੀ ਸੀ ਤੇ ਸਾਡਾ ਦੋਨਾਂ ਕੇਸਾਂ ਵਿੱਚ ਵਰਕ ਜਿਹੜਾ ਹੈ ਉਹ ਸੇਮ ਆਇਆ ਸੀ। ਤੇ ਲਾਸਟ ਮੈਂ ਡਿਸਕਸ ਕਰ ਰਿਹਾ ਸੀ ਕਿ ਜੇ ਇੱਕ ਪਾਥ ਅਸੀਂ ਹੋਰ ਚੂਜ਼ ਕਰ ਲਈਏ, ਮੰਨ ਲਓ ਇੰਕਲਾਈਨਡ ਪਲੇਨ ਅਸੀਂ ਲੈ ਕੇ ਚੱਲਦੇ ਹਾਂ, ਤੇ ਉਸ ਕੇਸ ਵਿੱਚ ਅਸੀਂ ਜੇ ਵਰਕ ਨਿਕਾਲੀਏ ਤੇ ਸਾਡਾ ਜਿਹੜਾ ਹੈ ਉਹ ਵਰਕ ਕਿੰਨਾ ਆਏਗਾ। ਆਓ ਉਸ ਨੂੰ ਅਸੀਂ ਕੈਲਕੂਲੇਟ ਕਰਕੇ ਦੇਖਦੇ ਹਾਂ। ਮੰਨ ਲਓ ਇਹ ਸਾਡਾ ਹੈਗਾ ਪੁਆਇੰਟ A, ਇੱਥੇ ਸਾਡੇ ਕੋਲ ਜਿਹੜੀ ਹੈ ਬਾਡੀ ਪਈ ਹੈ। ਇਸ ਬਾਡੀ ਨੂੰ ਅਸੀਂ ਆ ਸਾਡਾ ਹੈਗਾ ਪੁਆਇੰਟ B, ਇਸ ਬਾਡੀ ਨੂੰ ਪੁਆਇੰਟ B ਦੇ ਉੱਤੇ ਅਸੀਂ ਖੜਨਾ ਹੈ। ਦਿਸ ਇਜ਼ ਅ ਪੁਆਇੰਟ B। ਇੱਥੇ ਅਸੀਂ ਬਾਡੀ ਨੂੰ ਲੈ ਕੇ ਜਾਣਾ ਹੈ ਥਰੂ ਇੰਕਲਾਈਨਡ ਪਲੇਨ। ਇਹ ਸਾਡੇ ਕੋਲ ਜਿਹੜਾ ਹੈ ਇੱਕ ਇੰਕਲਾਈਨਡ ਪਲੇਨ ਹੈ। This is called inclined plane. For example, मान लो कि साढ़े कोल like this, ऐ साढ़े को देखो, इन्हों असी बोलते हैं inclined plane। आ horizontal side होगी, ते आ साढ़े को देखो inclined हो गया। आ जे साढ़ा एंगल थीटा। इस तरह बॉडी नू खड़ना है, इथों खिंच के ऊपर खड़ना है, इस रस्ते बॉडी नू असी ऊपर लेके जाना है। Now, how much work will be done? ਇਹ ਵਾਲੀ ਜਿਹੜੀ ਹਾਈਟ ਹੈ ਇਟ ਇਜ਼ ਅਗੇਨ ਇਕੁਅਲ ਟੂ h, ਤੇ ਆ ਸਾਡਾ ਜਿਹੜਾ ਹੈ ਗਰਾਊਂਡ ਲੈਵਲ ਹੈ। ਬਾਡੀ ਨੂੰ ਖੜਨਾ A ਤੋਂ B ਹੈ, ਭਾਵੇਂ ਵਰਟੀਕਲ ਖੜੋ, ਭਾਵੇਂ ਹੋਰੀਜ਼ੋਨਟਲ ਤੇ ਵਰਟੀਕਲ ਸਟੈਪ 'ਚ ਖੜੋ, ਭਾਵੇਂ ਇੰਕਲਾਈਨਡ ਪਲੇਨ ਦੇ ਅਸੀਂ ਥਰੂ ਖੜੀਏ। ਆਓ ਤਿੰਨਾਂ ਵਿੱਚ ਵਰਕ ਨਿਕਾਲੀਏ। ਪਹਿਲੇ ਦੋਵਾਂ ਦਾ ਵਰਕ ਅਸੀਂ ਨਿਕਾਲ ਚੁੱਕੇ ਹਾਂ ਪਿਛਲੇ ਲੈਕਚਰ 'ਚ। ਹੁਣ ਦੇਖੋ, ਮੰਨ ਲਓ ਕਿ ਬਾਡੀ at any time reaches at this point। ਜਦੋਂ ਬਾਡੀ ਨੂੰ ਇੱਥੋਂ ਖਿੱਚੋਗੇ ਤਾਂ ਨੂੰ ਮੰਨ ਲਓ ਕਿ ਬਾਡੀ ਸਾਡੀ ਜਿਹੜੀ ਹੈ ਕਿਸੇ ਟਾਈਮ ਦੇ ਉੱਤੇ ਇੱਥੇ ਪਹੁੰਚੀ ਹੋਈ ਹੈ। ਨਾਓ ਇੱਥੋਂ ਮੈਂ ਥੋੜੇ ਜੀ ਡਾਇਗਰਾਮ ਜਿਹੜੀ ਇੱਥੋਂ ਐਂਗਲ ਇੱਥੇ ਲਿਖ ਦੇਣਾ ਥੀਟਾ। weight ਕਿੱਧਰ ਹੁੰਦਾ ਹੈ ਬਾਡੀ ਦਾ, ਉਹ ਸਾਨੂੰ ਪਤਾ ਹੈ ਕਿ weight is always vertically downward। ਬਾਡੀ ਦਾ weight ਹਮੇਸ਼ਾ vertically downward ਹੀ ਹੋਏਗਾ due to earth attraction। ਇਹ ਸਾਡਾ weight ਹੋ ਗਿਆ। now this weight can be resolved। ਇਸ weight ਦੇ ਅਸੀਂ ਦੋ ਪਾਰਟਸ ਜਿਹੜੇ ਕਰਨ ਲੱਗੇ ਆ। ਦੋ ਪਾਰਟਸ ਕਿਵੇਂ ਕਰਾਂਗੇ? ਇਹਦੀ ਜਿਹੜੀ ਹੈ ਟੇਲ ਤੇ ਗਏ, ਇੱਕ ਆ ਵਾਲਾ ਹੋ ਗਿਆ, ਦੂਸਰਾ ਬਿਲਕੁਲ ਇੰਕਲਾਈਨਡ ਪਲੇਨ ਦੇ ਅਲੋਂਗ। ਬੇਟਾ ਇਹ ਨਾਲ ਦੇ ਨਾਲ ਜਿਹੜੀ ਹੈ ਡਾਇਗਰਾਮ ਵੀ ਸਿੱਖ ਲਓ। ਮੰਨ ਲਓ ਕਿ ਇਹ ਸਾਡੇ ਕੋਲ ਇੱਕ ਇੰਕਲਾਈਨਡ ਪਲੇਨ ਹੈ ਜਿਹਦਾ ਆ ਐਂਗਲ ਹੈ ਥੀਟਾ। ਇਹ ਸਾਡੀ ਇੱਥੇ ਇੰਕਲਾਈਨਡ ਪਲੇਨ ਦੇ ਉੱਪਰ ਕੋਈ ਬਾਡੀ ਪਈ ਹੈ ਤੇ ਇਹਦਾ ਸਾਰਾ weight ਪਹਿਲੀ ਗੱਲ ਤੇ ਵਰਟੀਕਲੀ ਡਾਊਨਵਰਡ ਹੋਏਗਾ। ਇਹ ਸਾਰਾ weight ਵਰਟੀਕਲੀ ਡਾਊਨਵਰਡ ਹੈ। ਕਲੀਅਰ?
ਇਸ weight ਨੂੰ ਅਸੀਂ ਦੋ ਕੰਪੋਨੈਂਟ ਵਿੱਚ ਰਿਜ਼ੋਲਵ ਕਰਨਾ ਹੈ। ਜਦੋਂ ਬੇਟਾ ਅਸੀਂ ਪਹਾੜੀ ਤੇ ਚੜ੍ਹਦੇ ਆ ਨਾ, ਉਦੋਂ ਬਿਲਕੁਲ ਇੰਕਲਾਈਨਡ ਪਲੇਨ ਬਣਦਾ, ਅਸੀਂ ਤਾਂ ਚੜ੍ਹਦੇ ਆ। ਸਾਡੀ ਬਾਡੀ ਦਾ weight ਦੋ ਹਿੱਸਿਆਂ ਦੇ ਵਿੱਚ ਜਿਹੜਾ ਹੈ ਉਹ ਵੰਡਿਆ ਜਾਂਦਾ ਹੈ। ਆਓ ਇਹਦੇ ਬਾਰੇ ਆਪਾਂ ਡਿਸਕਸ ਕਰ ਲਈਏ। ਨਾਓ ਇਹ ਜਿਹੜਾ ਸਾਡਾ weight ਹੈ, ਇਹਦੀ ਟੇਲ ਤੇ ਜਾ ਕੇ ਤੁਸੀਂ ਦੋ ਪਰਪੈਂਡੀਕੂਲਰ ਲਾਈਨਸ ਡਰਾ ਕਰਨੀ ਹੈ, ਤੇ ਧਿਆਨ ਰੱਖਣਾ ਹੈ ਕਿਵੇਂ ਡਰਾ ਕਰਨੀ ਹੈ। ਦੇਖੋ ਸਾਰੇ, ਇੱਕ ਤੇ ਬਿਲਕੁਲ ਇੰਕਲਾਈਨਡ ਪਲੇਨ ਦੇ ਪੈਰਲਲ, ਆ ਦੇਖੋ ਬਿਲਕੁਲ ਜਿਹੜੀ ਹੈ ਇੰਕਲਾਈਨਡ ਪਲੇਨ ਜਿਹੜਾ ਹੈ ਬਿਲਕੁਲ ਦੇਖੋ ਉਹਦੇ ਪੈਰਲਲ ਆਏਗੀ। ਦੂਸਰੀ ਬਿਲਕੁਲ ਇੰਕਲਾਈਨਡ ਪਲੇਨ ਦੇ ਪਰਪੈਂਡੀਕੂਲਰ, ਆ ਦੇਖੋ ਆ 90 ਐਂਗਲ ਜੇ, ਬਿਲਕੁਲ ਇੰਕਲਾਈਨਡ ਪਲੇਨ ਦੇ ਪਰਪੈਂਡੀਕੂਲਰ ਲਾਈਨ ਬਣਾਣੀ ਹੈ। ਹਾਂਜੀ ਬੇਟਾ ਕਲੀਅਰ। ਜਦੋਂ ਵੀ ਇੰਕਲਾਈਨਡ ਪਲੇਨ ਦੇ ਉੱਪਰ ਬਾਡੀ ਪਈ ਹੋਵੇ ਤੇ ਜੇ ਅਸੀਂ weight ਦੇ ਦੋ ਪਾਰਟਸ ਕਰਨੇ ਆ ਤਾਂ ਧਿਆਨ ਰੱਖਣਾ ਹੈ ਅਸੀਂ ਕਿਵੇਂ ਰਿਜ਼ੋਲਵ ਕਰਨਾ ਹੈ। ਇੱਥੇ ਜਾ ਕੇ ਜਿੱਥੇ ਦੀ ਟੇਲ ਹੈ, ਇੱਥੋਂ ਜਾ ਕੇ ਦੋ ਪਰਪੈਂਡੀਕੂਲਰ ਵੈਕਟਰ ਡਰਾ ਕਰਨੇ ਆ। ਤੇ ਕਿਸ ਤਰ੍ਹਾਂ ਕਰਨੇ ਆ? ਇੱਕ ਬਿਲਕੁਲ ਇੰਕਲਾਈਨਡ ਪਲੇਨ ਦੇ ਅਲੋਂਗ, ਬਿਲਕੁਲ। ਕਈ ਬੱਚੇ ਕੀ ਕਰਦੇ ਆ, ਹਾਂਜੀ ਧਿਆਨ ਦਿਓ, ਕਈ ਬੱਚੇ ਇਸ ਤਰ੍ਹਾਂ ਬਣਾ ਦਿੰਦੇ ਆ। ਇਹ ਨਹੀਂ ਹੈ, ਪਰਪੈਂਡੀਕੂਲਰ ਨਹੀਂ ਹੈ ਆਪਸ ਚ ਹੈਗੇ। ਇਹ ਵੈਕਟਰ ਕਿਸ ਤਰ੍ਹਾਂ ਬਣਾਉਣਾ ਹੈ? ਬਿਲਕੁਲ ਜਿਹੜਾ ਹੈ ਸਾਡਾ ਹੋਣਾ ਚਾਹੀਦਾ ਇੰਕਲਾਈਨਡ ਪਲੇਨ ਦੇ ਅਲੋਂਗ, ਬਿਲਕੁਲ ਇਹਦੇ ਅਲੋਂਗ। ਤੇ ਦੂਸਰਾ ਬਿਲਕੁਲ ਇਹਦੇ ਇਸ ਲਾਈਨ ਦੇ, ਆ ਜਿਹੜੀ ਸਾਡੀ ਇੰਕਲਾਈਨਡ ਪਲੇਨ ਹੈ ਇਹਦੇ ਬਿਲਕੁਲ ਸਾਡਾ ਆਏਗਾ ਪਰਪੈਂਡੀਕੂਲਰ। ਇਸ ਤਰ੍ਹਾਂ ਅਸੀਂ ਬੇਟਾ ਰੈਜ਼ੋਲੂਸ਼ਨ ਕਰਦੇ ਹਾਂ। ਤੇ ਸਾਡਾ ਜਿਹੜਾ ਆ ਐਂਗਲ ਹੈ that will be equal to theta। ਜਿੰਨਾ ਇੰਕਲਾਈਨਡ ਪਲੇਨ ਦਾ ਐਂਗਲ ਹੁੰਦਾ ਉਹੀਓ ਐਂਗਲ ਸਾਡਾ ਇੱਥੇ ਆਏਗਾ। ਇਹ ਅਸੀਂ ਜਿਓਮੈਟਰੀ ਕੰਸਟਰਕਸ਼ਨ ਕਰਕੇ ਅਸੀਂ ਪ੍ਰੂਵ ਕਰ ਸਕਦੇ ਹਾਂ। ਤੇ ਅਸੀਂ ਪੜਿਆ ਕਿ ਜਿਸ ਪਾਸੇ ਐਂਗਲ ਬਣੇ, ਇਹਨੂੰ ਤੋੜਨਾ ਨਾ mg ਨੂੰ, ਜਿਹੜੇ ਪਾਸੇ ਐਂਗਲ ਬਣੇ ਉਧਰ ਸਾਡੇ ਕੋਲ ਕਿਹੜਾ ਕੰਪੋਨੈਂਟ ਹੁੰਦਾ ਹੈ? mg cos ਥੀਟਾ। ਤੇ ਜਿਹੜਾ ਦੂਜੇ ਪਾਸੇ ਹੈ ਉਹ ਸਾਡਾ ਕਿਹੜਾ ਆ ਜਾਏਗਾ? sin ਥੀਟਾ ਵਾਲਾ ਕੰਪੋਨੈਂਟ, ਜਿਹਨੂੰ ਬੋਲਾਂਗੇ mg sin। ਜਿਹੜੇ ਪਾਸੇ ਐਂਗਲ ਬਣਦਾ ਹੈ ਉਧਰ cos ਲਾਈਦਾ। ਕਿਹਨੂੰ ਤੋੜ ਰਹੇ ਜੇ? mg ਨੂੰ, mg cos। ਤੇ ਦੂਜੇ ਪਾਸੇ ਐਂਗਲ ਨਹੀਂ ਨਜ਼ਰ ਆ ਰਿਹਾ, ਉਧਰਲੇ ਪਾਸੇ ਕਿਹੜਾ ਲਿਖਦਾ ਹੈ? mg sin ਥੀਟਾ। ਨਾਓ ਕਮ ਟੂ that diagram। ਇੱਥੇ ਸਾਡਾ ਐਂਗਲ ਕਿੰਨਾ ਆਏਗਾ? here will be the angle theta। ਇਹ ਸਾਡਾ ਜਿਹੜਾ ਐਂਗਲ ਹੈ ਉਹ ਥੀਟਾ ਹੋਏਗਾ। ਤੇ ਆਹ ਵਾਲਾ ਜਿਹੜਾ ਕੰਪੋਨੈਂਟ ਹੈ ਇਹਦੀ ਵੈਲਿਊ ਕਿੰਨੀ ਆਏਗੀ? mg ਸਾਡੇ ਕੋਲ ਆ ਜਾਏਗਾ cos ਥੀਟਾ। ਤੇ ਆਹ ਵਾਲੀ ਜਿਹੜੀ ਵੈਲਿਊ ਆਏਗੀ it will be mg sin ਥੀਟਾ। ਇਹਨੂੰ ਅਸੀਂ ਦੋ ਪਾਰਟਸ ਵਿੱਚ ਜਿਹੜਾ ਹੈ ਉਹ ਆਪਾਂ ਰਿਜ਼ੋਲਵ ਕਰ ਲਿਆ। ਆਈ ਥਿੰਕ ਕਿ ਤੁਹਾਨੂੰ ਆ ਜਿਹੜੀ ਡਾਇਗਰਾਮ ਹੈ ਸਾਰੀ ਕਲੀਅਰ ਹੋ ਗਈ ਤੇ ਤੁਹਾਨੂੰ ਰੈਜ਼ੋਲੂਸ਼ਨ ਜਿਹੜੀ ਹੈ ਉਹ ਕਰਨੀ ਆ ਗਈ ਹੋਏਗੀ। ਨਾਓ ਬਾਡੀ ਨੂੰ A ਪੁਆਇੰਟ ਤੋਂ ਅਸੀਂ ਖੜਨਾ ਹੈ ਕਿਹੜੇ ਪੁਆਇੰਟ ਤੇ? B ਪੁਆਇੰਟ ਤੇ। ਹੁਣ ਮੈਨੂੰ ਦੱਸੋ ਫੋਰਸ ਕਿੰਨੀ ਲਗਾਣੀ ਪਏਗੀ? ਬਾਡੀ ਨੂੰ A ਪੁਆਇੰਟ ਤੋਂ B ਪੁਆਇੰਟ ਤੇ ਖੜਨਾ ਹੈ। ਕੱਲ ਦੀ ਗੱਲ ਯਾਦ ਕਰੋ, ਜੇ ਬਾਡੀ ਨੂੰ ਬਿਲਕੁਲ ਵਰਟੀਕਲ ਅਪਵਰਡ ਖੜਨਾ ਹੈ ਤੇ ਮੈਂ ਤੁਹਾਨੂੰ ਕੀ ਕਿਹਾ ਸੀ? ਸਾਨੂੰ ਫੋਰਸ ਲਗਾਣੀ ਪਏਗੀ ਜਿੰਨਾ ਬਾਡੀ ਦਾ weight, ਕਿਉਂਕਿ ਮੰਨ ਲਓ ਆ ਬਾਡੀ ਹੈ, ਬਾਡੀ ਦਾ weight ਨੀਚੇ ਨੂੰ ਹੈ ਤੇ ਤੁਹਾਨੂੰ ਜਿਹੜੀ ਹੈ ਫੋਰਸ ਉੱਪਰ ਨੂੰ ਲਗਾਣੀ ਪਏਗੀ। ਜਿੰਨਾ weight ਹੈ ਉਹਦੇ ਬਰਾਬਰ ਦੀ ਸਾਨੂੰ ਫੋਰਸ ਲਗਾਣੀ ਪੈਂਦੀ ਹੈ। ਹੁਣ ਇੱਥੇ ਆਓ, ਬਾਡੀ ਨੂੰ ਇੱਥੇ ਨਹੀਂ ਖੜਨਾ, ਬਾਡੀ ਨੂੰ ਇੱਧਰ ਨੂੰ ਅਸੀਂ ਲੈ ਕੇ ਜਾਣਾ ਹੈ। ਇਹਦਾ ਮਤਲਬ ਹੈ ਕਿ ਸਾਨੂੰ ਇਸ ਡਾਇਰੈਕਸ਼ਨ ਦੇ ਵਿੱਚ ਕੀ ਲਗਾਣੀ ਪਏਗੀ? ਫੋਰਸ ਲਗਾਣੀ ਪਏਗੀ। ਹੁਣ ਕਿੰਨੀ ਲਗਾਣੀ ਪਏਗੀ? ਇੱਧਰ ਕਿੰਨੀ ਫੋਰਸ ਹੈ? ਦੇਖੋ mg sin ਥੀਟਾ। ਇਹਦੇ ਕਰਕੇ ਕੀ ਹੋਏਗਾ? ਬਾਡੀ ਨੀਚੇ ਨੂੰ ਡਿੱਗਦੀ ਹੈ। ਮੰਨ ਲਓ ਮੇਰੇ ਕੋਲ ਆ ਇੰਕਲਾਈਨਡ ਪਲੇਨ ਹੈ, ਇਸ ਤਰ੍ਹਾਂ ਇੰਕਲਾਈਨਡ ਪਲੇਨ ਹੈ ਤੇ ਮੈਂ ਬਾਡੀ ਇੱਥੋਂ ਛੱਡਦਾ, ਇਹ ਬਾਡੀ ਇੱਕਦਮ ਨੀਚੇ ਨੂੰ ਗਈ। ਇਹ ਬਾਡੀ ਜਿਹੜੀ ਹੈ ਦੇਖੋ ਨੀਚੇ ਨੂੰ ਗਈ। ਕਿਉਂ ਗਈ? ਡਿਊ ਟੂ mg sin ਥੀਟਾ ਕੰਪੋਨੈਂਟ। ਇਹਦੇ ਕਰਕੇ ਬਾਡੀ ਨੀਚੇ ਨੂੰ ਜਾਂਦੀ ਹੈ। ਤੇ ਜੇ ਅਸੀਂ ਇਹਨੂੰ ਉੱਪਰ ਖੜਨਾ ਹੈ A ਤੋਂ B, ਸਾਨੂੰ ਇਹਦੇ ਬਰਾਬਰ ਦੀ ਉੱਪਰ ਨੂੰ ਸਾਨੂੰ ਜਿਹੜੀ ਹੈ ਉਹ ਫੋਰਸ ਜਿਹੜੀ ਹੈ ਉਹ ਲਗਾਣੀ ਪਏਗੀ। ਇਹਦਾ ਮਤਲਬ ਕਿ ਸਾਨੂੰ ਜਿਹੜਾ ਹੈ A ਤੋਂ B ਖੜਨਾ ਹੈ, ਸਾਨੂੰ ਕਿੰਨਾ ਵਰਕ ਕਰਨਾ ਪਏਗਾ? fs cos ਥੀਟਾ। ਤੇ ਫੋਰਸ ਕਿੰਨੀ ਲਗਾਣੀ ਪਏਗੀ?
फोर्स की वैल्यू है हुण कितनी आएगी बेटा, सानू आएगी mg sin थीटा। आ वाली सानू फोर्स जिहड़ी है लगानी पएगी। ते डिस्प्लेसमेंट कितनी है, मान लो s, क्योंकि इथों लैके इथों तक मान लो कि साडी डिस्प्लेसमेंट कितनी हो गई, s डिस्प्लेसमेंट हो गई, इनटू cos 0। 0 क्यों, क्योंकि जिधर नू फोर्स लगाई है उधर नू ही साडी की हुई है डिस्प्लेसमेंट, ते एंगल 0 आ गया। cos 0 कितना होंदा है, 1। नाउ वर्क डन विल बी इक्वल टू mg, नाल की आ गया s, ते नाल की आ गया साडे कोल sin थीटा। ए साडे कोल sin थीटा दी वैल्यू आ गई, बट sin थीटा किहदे इक्वल होंदा है, परपेंडिकुलर ओवर हाइपोटेन्यूज। परपेंडिकुलर नू हाइपोटेन्यूज नाल डिवाइड करो। हुण दसो परपेंडिकुलर केड़ा है, दिस इज द परपेंडिकुलर एंड दिस इज द हाइपोटेन्यूज। परपेंडिकुलर h ते हाइपोटेन्यूज डिस्टेंस कितना है साडे कोल s, बट sin थीटा इज इक्वल टू h डिवाइडेड बाय साडे कोल कितना आ गया s। इथे पुट कर दो w इक्वल टू mg मल्टीप्लाई बाय साडे कोल आ गया s, ते जदों s ना मल्टीप्लाई हो गया इनटू sin थीटा दी वैल्यू h ओवर कितनी आ गई s। बेटा देखो mg s आ गया, sin थीटा दी वैल्यू h ओवर s ना s साडा कैंसल, ते साडे कोल आंसर कितना आया mg, ते नाल की बच गया साडे कोल h बच गया। फिर देखो तुहाडा जिहड़ा है वर्क डन कितना आया mgh। तीनों केस विच भावें वर्टिकल खड़िया, भावें उन्होंने जिहड़ा है होरिजेंटल वर्टिकल स्टैप च खड़िया, भावें इनू मैं इंकलाइंड प्लेन दे थ्रू लैके गया है, तिन्ना केसां विच मैनू वर्क सेम ही करना पिया। ਇਹਦਾ मतलब वर्क डन जिहड़ा है पाथ फॉलोड दे ऊपर डिपेंड नहीं करता। हैंस कि जिहड़ी साडी ग्रेविटेशनल फोर्स है ਇਹਦੇ अगेंस्ट या बाय जे ਅਸੀਂ वर्क करते हैं ਉਹ ਸਾਡਾ पाथ इंडिपेंडेंट ਹੁੰਦਾ है। आई थिंक ਤੁਹਾਨੂੰ ਇਹ ਜਿਹੜਾ आर्टिकल है ਅੱਜ कंप्लीट क्लीयर हो गया। नाउ जे ਅਸੀਂ प्रूव करना होवे ग्रेविटेशनल फोर्स इज कंजरवेटिव, एक छोटे जे स्टेप दे विच ਅਸੀਂ प्रूव करना है। मान लो सानू आजे भी 2 मार्क्स का क्वेश्चन आ गया, प्रूव दैट ग्रेविटेशनल फोर्स इज कंजरवेटिव। क्वेश्चन आ गया इस तरह का क्वेश्चन आ जाता, मान लो प्रूव दैट जेडी साडी ग्रेविटेशनल फोर्स है, ग्रेविटेशनल फोर्स इज कंजरवेटिव। साडे कोल मान लो 2 मार्क्स का जिहड़ा है एक क्वेश्चन साडे कोल आ जाता है। देन हाउ टू प्रूव, इस क्वेश्चन नू असी किस तरह प्रूव करना है, 2 मार्क्स का क्वेश्चन है। लास्ट लैक्चर विच मैं दस्सिया सी कि जेकर फोर्स ग्रेवी अपना कंजरवेटिव है, लास्ट असी डिस्कस कीता सी कि जे ते फोर्स कंजरवेटिव है ते ओदे अगेंस्ट क्लोज्ड पाथ विच वर्क करोगे ना, ते ओ वर्क साडा कितना आंदा बेटा, 0 आंदा। ਜਦੋਂ भी क्लोज्ड पाथ च वर्क करोगे जे फोर्स कंजरवेटिव है तो वर्क डन 0 आना चाहिए। ऐ मैं कल तुहानू ग्राफ बना के जिहड़ा है इनू समझाया सी, क्लोज्ड पाथ बना के भी समझाया सी। नाउ मान लो इहदा ही प्रूव कर लांगे। देखो बेटा मान लो कि एक बॉडी नू सुटिया ऊपर, उस तो बाद बॉडी ऊपर जाके ते वापस जिहड़ी है ए तो ए पॉइंट ते जिहड़ी है वो वापस आ गई, उसे जगह ते वापस आ जाती है, ऊपर जाके नीचे आ गई। व्हेन द बॉडी मूव्स अपवर्ड, जदों बॉडी ऊपर नू जा रही है ਇਹਦਾ मतलब ग्रेविटी दे अगेंस्ट जा रही है। जदों बॉडी ऊपर नू जा रही है ग्रेविटी ते नीचे नू है, ਇਹਦਾ मतलब जदों बॉडी ऊपर नू जाएगी then the work done will be against gravity, उदों work done gravity दे against होएगा। तो जे work done against gravity है then that work done will be negative। जेड़ा against है असी displacement ऊपर नू है, बॉडी ऊपर नू जा रही है,
ਗ੍ਰੈਵਿਟੀ ਨੀਚੇ ਹੈ, ਇਹ ਦੋਨੋਂ ਆਪੋजिट ਡਾਇਰੈਕਸ਼ਨ ਚ ਨੇ, ਐਂਗਲ 180 ਡਿਗਰੀ ਤੇ cos 180 -1 ਹੋ ਜਾਏਗਾ। ਜਿਹੜਾ ਵਰਕ ਅਗੇਂਸਟ ਗ੍ਰੈਵਿਟੀ ਹੈ ਉਹ ਤੇ ਨੈਗੇਟਿਵ ਹੋ ਗਿਆ। ਇਹਦਾ ਮਤਲਬ ਜਦੋਂ ਬਾਡੀ ਉੱਪਰ ਨੂੰ ਜਾ ਰਹੀ ਹੈ ਤਾਂ ਵਰਕ ਡਨ ਅਗੇਂਸਟ ਗ੍ਰੈਵਿਟੀ ਹੈ ਤੇ ਵਰਕ ਡਨ ਸਾਡਾ ਨੈਗੇਟਿਵ ਹੋਏਗਾ। ਇਸ ਨੈਗੇਟਿਵ ਵਰਕ ਡਨ ਕਰਕੇ ਬਾਡੀ ਦੀ ਕਿਨੈਟਿਕ એનર્ਜੀ ਘਟਦੀ ਜਾਏਗੀ। ਬਾਡੀ ਦੀ ਕਿਨੈਟਿਕ એનર્ਜੀ ਜਿਹੜੀ ਹੈ ਉਹ ਘਟਦੀ ਜਾਏਗੀ ਕਿਉਂਕਿ ਗ੍ਰੈਵਿਟੀ ਇਹਨੂੰ ਥੱਲੇ ਨੂੰ ਖਿੱਚੇਗੀ। ਬਾਡੀ ਦੀ ਸਪੀਡ ਉਹਦੀ ਕਿਨੈਟਿਕ એનર્ਜੀ ਜਿਹੜੀ ਹੈ ਉਹ ਘਟਦੀ ਜਾਏਗੀ। ਨਾਓ when the body moves downward, ਜਦੋਂ ਵਾਪਸ ਆਏਗੀ ਉਸ ਤੋਂ ਬਾਅਦ ਕੀ ਹੋਏਗਾ, ਵਰਕ ਡਨ ਇਨ ਦਾ ਡਾਇਰੈਕਸ਼ਨ ਆਫ ਗ੍ਰੈਵਿਟੀ, ਉਦੋਂ ਵਰਕ ਡਨ ਗ੍ਰੈਵਿਟੀ ਦੀ ਡਾਇਰੈਕਸ਼ਨ ਦੇ ਵਿੱਚ ਹੋਏਗਾ। ਉਦੋਂ ਕੀ ਹੋਏਗਾ, ਜਿੱਧਰ ਨੂੰ ਡਿਸਪਲੇਸਮੈਂਟ ਉਧਰ ਨੂੰ ਗ੍ਰੈਵਿਟੀ, ਐਂਗਲ 0 ਆ ਗਿਆ ਤੇ ਸਾਡਾ ਵਰਕ ਡਨ ਪੋਜ਼ਿਟਿਵ ਹੋਏਗਾ। ਉਹਦੇ ਕਰਕੇ ਸਾਡੀ ਕਿਨੈਟਿਕ એનર્ਜੀ ਵੱਧਦੀ ਜਾਏਗੀ, ਸਪੀਡ ਉਹਦੀ ਵੱਧਦੀ ਜਾਏਗੀ। ਕਹਿਣ ਦਾ ਮਤਲਬ ਉੱਪਰ ਜਾਂਦਿਆਂ ਵਰਕ ਡਨ ਨੈਗੇਟਿਵ, ਥੱਲੇ ਆਉਂਦਿਆਂ ਵਰਕ ਡਨ ਜਿਹੜਾ ਹੈ ਉਹ ਪੋਜ਼ਿਟਿਵ। ਜਿੰਨੀ ਕਿਨੈਟਿਕ એનર્ਜੀ ਨਾਲ ਅਸੀਂ ਉਹਨੂੰ ਉੱਪਰ ਨੂੰ ਸੁੱਟਿਆ ਸੀ ਓਨੀ ਹੀ ਕਿਨੈਟਿਕ એનર્ਜੀ ਦੇ ਨਾਲ ਉਹ ਵਾਪਸ ਉਸੇ ਹੀ ਪੁਆਇੰਟ ਤੇ ਵਾਪਸ ਆਏਗੀ। ਪਰ ਜਾਂਦਿਆਂ ਵਰਕ ਨੈਗੇਟਿਵ, ਆਉਂਦਿਆਂ ਵਰਕ ਸਾਡਾ ਜਿਹੜਾ ਹੈ ਉਹ ਪੋਜ਼ਿਟਿਵ ਹੋਏਗਾ ਤੇ ਸਾਡਾ ਟੋਟਲ ਵਰਕ ਡਨ ਕਿੰਨਾ ਆਏਗਾ, ਪੂਰੇ ਰਾਉਂਡ ਟ੍ਰਿਪ ਦੇ ਵਿੱਚ ਸਾਡਾ 0 ਹੋ ਜਾਏਗਾ ਕਿਉਂਕਿ ਜਿੰਨਾ ਵਰਕ ਅਗੇਂਸਟ ਓਨਾ ਹੀ ਵਰਕ ਇਨ ਦਾ ਡਾਇਰੈਕਸ਼ਨ ਆਫ ਗ੍ਰੈਵਿਟੀ ਤੇ ਦੋਨੋਂ ਵਰਕ ਇਕੁਅਲ ਤੇ ਆਪੋजिट ਹੋਣ ਕਰਕੇ ਸਾਡਾ ਜਿਹੜਾ ਵਰਕ ਡਨ ਹੈ ਉਹ 0 ਆਏਗਾ। ਹੈਂਸ ਵੀ ਕੈਨ ਸ਼ੋ ਦੈਟ ਦਾ ਗ੍ਰੈਵਿਟੇਸ਼ਨਲ ਫੋਰਸ ਜਿਹੜੀ ਹੈ ਇਟ ਇਜ਼ ਕੰਜ਼ਰਵੇਟਿਵ ਇਨ ਨੇਚਰ। ਕਹਿਣ ਦਾ ਮਤਲਬ ਮੰਨ ਲਓ ਇੱਥੋਂ ਤੱਕ ਉੱਪਰ ਗਈ, ਇੱਥੇ ਹਾਈਟ ਕਿੰਨੀ ਹੈ ਮੰਨ ਲਓ h, ਤੇ ਇਹਦਾ ਮੰਨ ਲਓ ਜਿਹੜਾ ਸਾਡਾ ਨੈਟ ਵਰਕ ਡਨ ਇੱਕ ਵਾਰੀ ਆਏਗਾ -mgh, ਦੂਜੀ ਵਾਰੀ ਆਏਗਾ +mgh ਤੇ ਸਾਡੇ ਕੋਲ ਜਿਹੜਾ ਹੈ ਨੈਟ ਵਰਕ ਕਿੰਨਾ ਆਏਗਾ ਸਾਡੇ ਕੋਲ 0 ਕਿਉਂਕਿ ਜਾਂਦਿਆਂ ਅਗੇਂਸਟ ਗ੍ਰੈਵਿਟੀ ਹੁਣੇ ਹਾਈਟ ਦੇ ਅਕੋਰਡਿੰਗ ਮੈਂ ਹੁਣੇ ਪ੍ਰੂਵ ਕਰਾਇਆ ਕਿ ਉੱਪਰ ਨੂੰ ਵਰਟੀਕਲ ਜਾਈਏ ਤੇ ਵਰਕ ਕਿੰਨਾ ਕਰਨਾ ਪੈਂਦਾ ਹੈ mgh ਤੇ ਇੱਕ ਨੈਗੇਟਿਵ ਕਿਉਂ ਆਇਆ, ਅਗੇਂਸਟ ਸਾਡਾ ਕਿਹੜਾ ਹੈਗਾ ਉਹ ਗ੍ਰੈਵਿਟੀ। ਹੈਂਸ ਦਾ ਗ੍ਰੈਵਿਟੇਸ਼ਨਲ ਫੋਰਸ ਇਜ਼ ਕੰਜ਼ਰਵੇਟਿਵ ਇਨ ਨੇਚਰ। ਨਾਓ ਇੱਕ ਨਾਲ ਅਸੀਂ ਟੌਪਿਕ ਲਿਖਿਆ ਦੇਖੋ ਨॉन ਕੰਜ਼ਰਵੇਟਿਵ ਫੋਰਸ। ਨॉन ਕੰਜ਼ਰਵੇਟਿਵ ਫੋਰਸ ਉਹ ਹੈ ਜੇਕਰ ਵਰਕ ਡਨ ਬਾय ਦਾ ਫੋਰਸ ਜਾਂ ਅਗੇਂਸਟ ਦਾ ਫੋਰਸ ਡਿਪੈਂਡਸ ਔਨ ਦਾ ਪਾਥ ਫਾਲੋਡ। ਜੇ ਤੇ ਸਾਡਾ ਵਰਕ ਜਿਹੜਾ ਕੀਤਾ ਗਿਆ ਫੋਰਸ ਦੁਆਰਾ ਜਾਂ ਅਗੇਂਸਟ ਉਹ ਪਾਥ ਤੇ ਡਿਪੈਂਡ ਕਰ ਗਿਆ ਤਾਂ ਅਸੀਂ ਬੋਲਾਂਗੇ ਕਿ ਜਿਹੜੀ ਫੋਰਸ ਹੈ ਨॉन ਕੰਜ਼ਰਵੇਟਿਵ ਹੈ। ਜੇ ਪਾਥ ਚੇਂਜ ਕੀਤਾ ਮਤਲਬ ਜਾਂਦਿਆਂ ਵਰਕ ਹੋਰ ਤੇ ਜੇ ਪਾਥ ਇਧਰੋਂ ਜਾਂਦੇ ਆ ਤੇ ਵਰਕ ਸਾਨੂੰ ਹੋਰ ਕਰਨਾ ਪੈਂਦਾ ਹੈ, ਫਿਰ ਸਾਡੀ ਫੋਰਸ ਜਿਹੜੀ ਹੈ ਉਹ ਨॉन ਕੰਜ਼ਰਵੇਟਿਵ ਫੋਰਸਿਸ ਹੋਏਗੀ। ਤੇ ਨॉन ਕੰਜ਼ਰਵੇਟਿਵ ਫੋਰਸ ਦੀ ਐਗਜ਼ਾਮਪਲ ਸਾਡੀ ਫ੍ਰਿਕਸ਼ਨਲ ਫੋਰਸ ਹੈ। ਫ੍ਰਿਕਸ਼ਨ ਫੋਰਸ ਇਜ਼ ਨॉन ਕੰਜ਼ਰਵੇਟਿਵ ਇਨ ਨੇਚਰ। ਤੇ ਜੇ ਨॉन ਕੰਜ਼ਰਵੇਟਿਵ ਫੋਰਸ ਦੇ ਅਗੇਂਸਟ ਕਲੋਜ਼ਡ ਪਾਥ ਵਿੱਚ ਵਰਕ ਕਰੋਗੇ ਫਿਰ ਸਾਡਾ ਜਿਹੜਾ ਵਰਕ ਹੈ ਉਹ 0 ਨਹੀਂ ਆਏਗਾ। ਕਿਹੜੀ ਫੋਰਸ ਕੰਜ਼ਰਵੇਟਿਵ ਹੈ, ਗ੍ਰੈਵਿਟੇਸ਼ਨਲ ਫੋਰਸ। ਹੋਰ ਕਿਹੜੀ ਐਗਜ਼ਾਮਪਲ ਦਿੱਤੀ ਸੀ ਮੈਂ, ਇਲੈਕਟ੍ਰੋਸਟੈਟਿਕ ਫੋਰਸ। ਕਿਹੜੀ ਫੋਰਸ ਕੰਜ਼ਰਵੇਟਿਵ ਨਹੀਂ ਹੈ, ਫ੍ਰਿਕਸ਼ਨਲ ਫੋਰਸ। ਇੱਕ ਹੋਰ ਹੈ ਵਿਸਕੋਸਿਟੀ ਜਿਹਨੂੰ ਅਸੀਂ ਬੋਲਦੇ ਵਿਸਕਸ ਫੋਰਸ। ਇਹ ਤੁਹਾਡੀਆਂ ਜਿਹੜੀਆਂ ਨੇ ਇਹ ਕਿਹੜੀਆਂ ਫੋਰਸਿਸ ਨੇ, ਨॉन ਕੰਜ਼ਰਵੇਟਿਵ ਫੋਰਸ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਕਲੀਅਰ ਹੋ ਗਿਆ। ਨਾਓ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਹੈ ਅਸੀਂ ਮੇਨ ਡਿਸਕਸ਼ਨ ਜਿਹੜੀ ਹੈ ਕਰਨੀ ਹੈ એનર્ਜੀ ਬਾਰੇ। ਸਾਡਾ ਨੈਕਸਟ ਟੌਪਿਕ ਜਿਹੜਾ ਹੈ ਉਹਦੇ ਵਿੱਚ ਅਸੀਂ એનર્ਜੀ ਬਾਰੇ ਜਿਹੜਾ ਹੈ ਮੇਨ ਆਪਾਂ ਡਿਸਕਸ ਕਰਾਂਗੇ। ਆਓ ਥੋੜਾ ਜਿਹਾ ਡਿਸਕਸ ਕਰੀਏ। ਵਾਟ ਇਜ਼ એનર્ਜੀ। ਬੇਟਾ ਤੁਸੀਂ 9th ਕਲਾਸ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਦੀ ਕੈਪੈਸਿਟੀ ਟੂ ਡੂ ਵਰਕ। ਸਾਡੀ ਕੰਮ ਕਰਨ ਦੀ ਜਿਹੜੀ ਕੈਪੈਸਿਟੀ ਹੈ that is called energy. The capacity to do work is called energy. ਇਸ ਲੈਕਚਰ ਵਿੱਚ ਮੈਂ ਜਸਟ ਰਿਵਿਊ ਕਰਾਂਗੇ ਕਿ એનર્ਜੀ ਬਾਰੇ ਜੋ ਤੁਸੀਂ ਪੜ੍ਹਿਆ। The capacity to do work is called energy. ਸਾਡੀ ਕੰਮ ਕਰਨ ਦੀ ਕੈਪੈਸਿਟੀ, the capacity to
ਡੂ ਵਰਕ, ਅਸੀਂ ਕਿੰਨਾ ਕੁ ਕੰਮ ਕਰ ਸਕਦੇ ਹਾਂ, ਉਹ ਸਾਡੀ એનર્ਜੀ ਤੇ ਡਿਪੈਂਡ ਕਰਦਾ। ਜੇ ਅਸੀਂ ਕੰਮ ਜ਼ਿਆਦਾ ਕਰਦੇ ਹਾਂ, ਇਹਦਾ ਮਤਲਬ ਸਾਡੇ ਵਿੱਚ ਜਿਹੜੀ એનર્ਜੀ ਜ਼ਿਆਦਾ ਸੀ। The capacity to do work is called energy। ਇਹਦਾ ਮਤਲਬ ਜੋ ਕੁਝ ਵੀ ਵਰਕ ਦਾ ਰਿਲੇਟਡ ਹੋਏਗਾ, ਸਾਰਾ ਕੁਝ ਤੁਹਾਡੀ એનર્ਜੀ ਬਾਰੇ ਵੀ ਚੱਲੇਗਾ, ਕਿਉਂਕਿ ਸਾਡੀ ਕੰਮ ਕਰਨ ਦੀ ਕੈਪੈਸਿਟੀ, ਇਹਦਾ ਮਤਲਬ ਵਰਕ ਤੇ એનર્ਜੀ ਸੇਮ ਹੀ ਨੇ। ਦਾ ਕੈਪੈਸਿਟੀ ਟੂ ਡੂ ਵਰਕ, ਜੇ ਵਰਕ ਨੂੰ ਅਸੀਂ ਜਾਊਲ ਚ ਮੈਜ਼ਰ ਕਰਦੇ ਹਾਂ ਤੇ ਅਸੀਂ એનર્ਜੀ ਨੂੰ ਵੀ ਜਾਊਲ ਦੇ ਵਿੱਚ ਹੀ ਲਿਖਾਂਗੇ। એનર્ਜੀ ਨੂੰ ਅਸੀਂ ਅਰਗ ਦੇ ਵਿੱਚ ਵੀ ਲਿਖ ਸਕਦੇ ਹਾਂ, ਜਿਵੇਂ ਵਰਕ ਦਾ ਯੂਨਿਟ ਅਰਗ ਵੀ ਹੈ CGS। ਤੇ ਜੇ ਵਰਕ ਦਾ ਸਾਡਾ ਜਿਹੜਾ ਹੈ ਡਿਮੈਂਸ਼ਨ ਫਾਰਮੂਲਾ m1L2T-2 ਹੈ, ਤੇ ਸਾਡੀ એનર્ਜੀ ਦਾ ਵੀ ਇਹੋ ਹੀ ਫਾਰਮੂਲਾ ਹੋਏਗਾ, ਬਿਕੋਜ਼ ਬੋਥ ਆਰ ਦਾ ਸੇਮ। ਨਾਓ ਜੇ ਵਰਕ ਸਾਡਾ ਸਕੇਲਰ ਫਿਜ਼ੀਕਲ ਕੁਆਂਟੀਟੀ ਹੈ, ਤੇ એનર્ਜੀ ਵੀ ਸਾਡੀ ਜਿਹੜੀ ਹੈ ਸਕੇਲਰ ਫਿਜ਼ੀਕਲ ਕੁਆਂਟੀਟੀ ਹੀ ਹੋਏਗੀ। ਜੇਕਰ ਅਸੀਂ ਕੋਈ ਵੀ ਐਕਸਪ੍ਰੈਸ਼ਨ ਡਰਾਈਵ ਕਰਨਾ ਹੈ, ਭਾਵੇਂ +1 ਦੀ ਗੱਲ ਕਰਾਂ, ਭਾਵੇਂ ਮੈਂ +2 ਦੀ ਗੱਲ ਕਰਾਂ, ਜਿੱਥੇ ਵੀ ਸਾਡੇ ਕੋਲ ਆਰਟੀਕਲ ਆ ਗਿਆ ਵੀ ਡਰਾਈਵ ਐਨ ਐਕਸਪ੍ਰੈਸ਼ਨ ਫॉर दैट એનર્ਜੀ ਦਾ ਫਾਰਮੂਲਾ ਡਰਾਈਵ ਕਰੋ, ਤੁਹਾਡੇ ਮਾਈਂਡ ਵਿੱਚ ਇੱਕੋ ਚੀਜ਼ ਆਣੀ ਚਾਹੀਦੀ ਹੈ ਕਿ એનર્ਜੀ ਨਿਕਾਲਣ ਵਾਸਤੇ ਸਭ ਨਾਲੋਂ ਪਹਿਲਾਂ ਸਾਨੂੰ ਜਿਹੜਾ ਹੈ ਵਰਕ ਫਾਈਂਡ ਆਊਟ ਕਰਨਾ ਪਏਗਾ। ਵਰਕ ਤੋਂ ਬਗੈਰ એનર્ਜੀ ਜਿਹੜੀ ਹੈ ਨਹੀਂ ਆਂਦੀ। ਫੋਰ ਐਗਜ਼ਾਮਪਲ, ਜੇ ਅਸੀਂ ਸਰਦੀਆਂ ਦੀ ਗੱਲ ਕਰਦੇ ਹਾਂ, ਸਰਦੀਆਂ 'ਚ ਠੰਡ ਬੜੀ ਹੁੰਦੀ ਹੈ, ਤਾਂ ਤੁਸੀਂ ਆਮ ਤੌਰ ਤੇ ਬੇਟਾ ਦੇਖਿਆ ਸਾਰੇ ਬੱਚੇ ਜਿਹੜੇ ਨੇ ਜਾਂ ਪ੍ਰੇਅਰ ਦੇ ਵਿੱਚ ਜਾਂ ਤੁਸੀਂ ਆਪਣੇ ਆਪ ਹੀ ਇਸ ਤਰ੍ਹਾਂ ਹੱਥ ਨੂੰ ਰਗੜਦੇ ਜੇ। ਜਦੋਂ ਅਸੀਂ ਹੱਥ ਨੂੰ ਆਪਸ 'ਚ ਰਗੜਦੇ ਹਾਂ, ਵੀ ਆਰ ਡੂਇੰਗ ਵਰਕ, ਅਸੀਂ ਵਰਕ ਕਰ ਰਹੇ ਹਾਂ। ਜਦੋਂ ਅਸੀਂ ਵਰਕ ਕਰਦੇ ਹਾਂ ਤਾਂ ਤੁਸੀਂ ਦੇਖਣਾ ਤੁਹਾਡੇ ਹੈਂਡ ਜਿਹੜੇ ਨੇ ਗਰਮ ਹੋ ਜਾਂਦੇ ਨੇ, ਉਹਦੇ 'ਚ એનર્ਜੀ ਪੈਦਾ ਹੁੰਦੀ ਹੈ, ਜਿਹਨੂੰ ਅਸੀਂ ਬੋਲਦੇ ਹਾਂ ਹੀਟ એનર્ਜੀ। ਕਹਿਣ ਦਾ ਮਤਲਬ ਵਰਕ ਤੋਂ ਬਿਨਾ એનર્ਜੀ ਨਹੀਂ ਆ ਸਕਦੀ। ਮੰਨ ਲਓ ਕਿ ਮੈਂ ਕਹਾਂ ਵੀ ਮੇਰੇ ਕੋਲ ਇੱਕ ਚੌਕ ਦਾ ਪੀਸ ਹੈ, ਇਹਨੂੰ ਮੈਂ ਮੋਸ਼ਨ 'ਚ ਲਿਆਣਾ ਹੈ। ਤੁਹਾਨੂੰ ਸਭ ਨੂੰ ਪਤਾ ਹੈ ਕਿ ਮੋਸ਼ਨ ਵਾਲੀ ਜਿਹੜੀ એનર્ਜੀ ਕਿਹੜੀ ਹੁੰਦੀ ਹੈ ਬੇਟਾ, ਤੁਸੀਂ 9th ਕਲਾਸ 'ਚ ਪੜਿਆ, ਕਾਈਨੈਟਿਕ એનર્ਜੀ। ਅਸੀਂ ਚਾਹੁੰਦੇ ਹਾਂ ਕਿ ਇਹ ਮੇਰਾ ਜਿਹੜਾ ਚੌਕ ਦਾ ਜਿਹੜਾ ਪੀਸ ਹੈ, ਇਹ ਮੋਸ਼ਨ 'ਚ ਆ ਜੇ। ਇਹ ਆਪਣੇ ਆਪ ਮੋਸ਼ਨ 'ਚ ਨਹੀਂ ਆਏਗਾ, ਵੀ ਹੈਵ ਟੂ ਡੂ ਵਰਕ। ਇਹਦੇ ਉੱਤੇ ਮੈਨੂੰ ਵਰਕ ਕਰਨਾ ਪਏਗਾ, ਇਹ ਤੋਂ ਫੋਰਸ ਲਗਾ ਕੇ ਇਹਨੂੰ ਸੁੱਟਣਾ ਪਏਗਾ। ਜਦੋਂ ਮੈਂ ਵਰਕ ਕਰੂੰਗਾ ਤੇ ਇਹ ਜਿਹੜਾ ਮੇਰਾ ਚਾਰਜ, ਜਿਹੜਾ ਮੇਰਾ ਚੌਕ ਦਾ ਟੁਕੜਾ ਹੈ, ਇਟ ਵਿਲ ਕਮ ਇਨ ਮੋਸ਼ਨ, ਤੇ ਇਹਦੇ ਵਿੱਚ એનર્ਜੀ ਸਟੋਰ ਹੋ ਜਾਏਗੀ। ਉਹ ਕਿਹੜੀ એનર્ਜੀ ਆਏਗੀ ਸਾਡੇ ਕੋਲ? ਕਾਈਨੈਟਿਕ એનર્ਜੀ। ਇਹਦਾ ਮਤਲਬ ਕੋਈ ਵੀ એનર્ਜੀ ਪੈਦਾ ਕਰਨੀ ਹੈ, ਸਾਨੂੰ ਪਹਿਲਾਂ ਵਰਕ ਕਰਨਾ ਪਏਗਾ। ਇਹ ਅਸੀਂ ਜਿਹੜਾ ਅੱਗੇ ਆਂਦੇ ਆਰਟੀਕਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਮੈਂ ਇਸ ਕਰਕੇ ਜ਼ੋਰ ਦੇ ਕੇ ਕਹਿ ਰਿਹਾ ਕਿ ਤੁਹਾਨੂੰ ਕੋਈ ਕਦੀ ਵੀ ਭੁਲੇਖਾ ਨਹੀਂ ਲੱਗਣਾ ਚਾਹੀਦਾ ਕਿ એનર્ਜੀ ਦਾ ਆਰਟੀਕਲ ਆਇਆ ਤਾਂ ਤੁਹਾਡਾ ਪਹਿਲਾਂ ਹੀ ਦਿਮਾਗ ਜਾਏਗਾ ਕਿ ਆਪਾਂ ਵਰਕ ਤੋਂ ਜਿਹੜਾ ਆਪਾਂ ਇਹਨੂੰ ਸ਼ੁਰੂ ਕਰਨਾ ਹੈ। ਨਾਓ એનર્ਜੀ ਜਿਹੜੀ ਹੈ ਕਈ ਤਰ੍ਹਾਂ ਦੀ ਹੈ, ਜਿਹਦੇ ਵਿੱਚੋਂ ਅਸੀਂ ਮੇਨ ਡਿਸਕਸ਼ਨ ਰੱਖਣੀ ਹੈ ਮਕੈਨੀਕਲ એનર્ਜੀ ਉੱਪਰ। ਮਕੈਨੀਕਲ એનર્ਜੀ ਜਿਹੜੀ ਹੈ, ਜਿਹੜੀ ਆਪਾਂ ਮਕੈਨੀਕਲ ਵਰਕ ਕਰਦੇ ਹਾਂ, ਜਿਵੇਂ ਮੈਂ ਪੱਥਰ ਸੁੱਟਿਆ ਸੀ ਜਾਂ ਚੌਕ ਸੁੱਟਿਆ ਜਾਂ ਬਾਲ ਸੁੱਟਦੇ ਹਾਂ, ਜਦੋਂ ਅਸੀਂ ਮਕੈਨੀਕਲ ਜਿਹੜਾ ਹੈ ਵਰਕ ਕਰਦੇ ਹਾਂ, ਉਦੋਂ ਸਾਡੀ એનર્ਜੀਜ਼ ਆਉਂਦੀਆਂ ਨੇ। ਹੁੰਦਾ ਕੀ ਹੈ, ਜਦੋਂ ਅਸੀਂ ਕਿਸੇ ਚੀਜ਼ ਨੂੰ ਸੁੱਟਦੇ ਹਾਂ ਜਾਂ ਤੇ ਉਹ ਮੋਸ਼ਨ 'ਚ ਆ ਜਾਂਦੀ ਹੈ, ਤੇ ਜੇ ਮੋਸ਼ਨ 'ਚ ਆ ਗਈ ਤੇ ਅਸੀਂ ਕਹਿੰਦੇ ਆ ਉਹਦੇ ਵਿੱਚ ਕਾਈਨੈਟਿਕ એનર્ਜੀ ਆ ਗਈ। ਤੇ ਜੇ ਕਿਸੇ ਚੀਜ਼ ਨੂੰ ਮੈਂ ਗਰਾਊਂਡ ਤੇ ਪਈ ਹੈ, ਮੰਨ ਲਓ ਗਰਾਊਂਡ ਤੇ ਪਈ ਹੈ, ਇਹਨੂੰ ਚੁੱਕ ਕੇ ਕਿਸੇ ਹਾਈਟ ਤੇ ਰੱਖ ਦੇਣਾ ਹੈ, ਤੇ ਫਿਰ ਕੀ ਹੋਇਆ? ਕੀਤਾ ਤੇ ਮੈਂ ਮਕੈਨੀਕਲ ਵਰਕ। ਇਹਨੇ ਹਾਈਟ ਗੇਨ ਕਰ ਲਈ, ਹਾਈਟ ਗੇਨ ਕਰਕੇ ਇਹਦੇ ਵਿੱਚ ਜਿਹੜੀ ਹੈ એનર્ਜੀ ਆ ਜਾਂਦੀ ਹੈ, ਉਹਦੀ ਪੋਜੀਸ਼ਨ ਚੇਂਜ ਕਰਕੇ ਜਾਂ ਉਹਦੀ ਸ਼ੇਪ ਚੇਂਜ ਕਰਕੇ એનર્ਜੀ ਆ ਜਾਂਦੀ, ਉਹਨੂੰ ਬੋਲਦੇ ਆ ਪੋਟੈਂਸ਼ੀਅਲ એનર્ਜੀ। ਇਹਦਾ ਮਤਲਬ ਸਾਡੇ ਕੋਲ ਮਕੈਨੀਕਲ એનર્ਜੀ ਨੂੰ ਅਸੀਂ ਦੋ ਪਾਰਟਸ ਵਿੱਚ ਜਿਹੜਾ ਡਿਵਾਈਡ ਕਰ ਦਾਂਗੇ। ਇੱਕ ਸਾਡੇ ਕੋਲ ਜਿਹੜੀ એનર્ਜੀ ਆਏਗੀ ਜਿਹਨੂੰ ਬੋਲਾਂਗੇ K.E, ਤੇ ਦੂਜੀ એનર્ਜੀ ਸਾਡੇ ਕੋਲ ਆਏਗੀ P.E।
ਕਾਈਨੈਟਿਕ એનર્ਜੀ, ਦੂਸਰੀ ਆਏਗੀ ਪੋਟੈਂਸ਼ੀਅਲ એનર્ਜੀ। ਪਰ ਇਹ ਦੋਨੋਂ ਨੂੰ ਇਕੱਠਾ ਬੋਲਣਾ ਹੋਵੇ ਤੇ ਅਸੀਂ ਵਰਡ ਯੂਜ਼ ਕਰਦੇ ਹਾਂ ਮਕੈਨੀਕਲ એનર્ਜੀ। ਇਹਨਾਂ ਦੋਨਾਂ ਵਿੱਚੋਂ ਬੇਟਾ ਦੱਸੋ ਮੋਸ਼ਨ ਵਾਲੀ ਕਿਹੜੀ ਹੈ? ਕਾਈਨੈਟਿਕ એનર્ਜੀ। ਇਹਨਾਂ ਦੋਨਾਂ ਵਿੱਚੋਂ ਹਾਈਟ ਗੇਨ ਕਰਕੇ ਜਿਹੜੀ ਪੈਦਾ ਹੁੰਦੀ ਹੈ ਉਹ ਕਿਹੜੀ ਹੈ? ਸਾਡੀ ਪੋਟੈਂਸ਼ੀਅਲ એનર્ਜੀ। ਨਾਓ ਜੇ ਮੈਂ ਗੱਲ ਕਰੀਏ ਕਿ ਜੇ ਅਸੀਂ ਪਾਣੀ ਦੀ ਟੈਂਕੀ ਆਪਣੇ ਕੋਠੇ ਤੇ ਰੱਖੀ ਹੋਈ ਹੈ ਤੇ ਉਹਨੂੰ ਭਰਨਾ ਹੈ ਤੇ ਪਾਣੀ ਜਿਹੜਾ ਹੈ ਥੱਲੋਂ ਮੋਟਰ ਦੇ ਰਾਹੀਂ ਉੱਪਰ ਚੜਦਾ ਹੈ। ਜਦੋਂ ਵਾਟਰ ਉੱਪਰ ਜਾਂਦਾ ਹੈ ਉਹਦੀ ਸਪੀਡ ਹੁੰਦੀ ਹੈ, ਇਹਦਾ ਮਤਲਬ ਵਾਟਰ ਉੱਪਰ ਜਾ ਰਿਹਾ ਹੈ, ਉਹਦੇ ਕੋਲ ਕਾਈਨੈਟਿਕ એનર્ਜੀ ਵੀ ਹੈ। ਤੇ ਜਦੋਂ ਉੱਪਰ ਜਾ ਕੇ ਟੈਂਕੀ ਵਿੱਚ ਡਿੱਗ ਪੈਂਦਾ ਤੇ ਟੈਂਕੀ ਵਿੱਚ ਜਾ ਕੇ ਸਟੋਰ ਹੋ ਜਾਂਦਾ ਹੈ, ਉਹ ਕਿਸੇ ਹਾਈਟ ਤੇ ਜਾ ਕੇ ਸਟੋਰ ਹੋ ਗਿਆ, ਫਿਰ ਅਸੀਂ ਕਹਿੰਦੇ ਆ ਕਿ ਵਾਟਰ ਦੇ ਵਿੱਚ ਹੁਣ ਜਿਹੜੀ ਹੈ ਪੋਟੈਂਸ਼ੀਅਲ એનર્ਜੀ ਜਿਹੜੀ ਹੈ ਉਹ ਸਟੋਰ ਹੋ ਚੁੱਕੀ ਹੈ। ਹਾਂਜੀ ਬੇਟਾ ਕਲੀਅਰ। ਜੇ ਅਸੀਂ ਡੈਮ ਦੀ ਗੱਲ ਕਰੀਏ, ਡੈਮ ਨੂੰ ਕਿੰਨਾ ਉੱਤੇ ਜਿਹੜਾ ਹਾਈ ਲੈਵਲ ਦੇ ਉੱਤੇ ਵਾਟਰ ਨੂੰ ਅਸੀਂ ਸਟੋਰ ਕਰਦੇ ਹਾਂ, ਉਹ ਜਿਹੜਾ ਸਟੋਰ ਵਾਟਰ ਹੁੰਦਾ ਹੈ ਹਾਈ ਲੈਵਲ ਦੇ ਉੱਤੇ, ਉਹਦੇ ਵਿੱਚ ਜਿਹੜੀ એનર્ਜੀ ਕਿਹੜੀ ਸਟੋਰ ਹੁੰਦੀ ਹੈ? that is the potential energy। ਬੇਟਾ ਕਲੀਅਰ। ਤੇ ਜਦੋਂ ਉਥੋਂ ਪਾਣੀ ਨੂੰ ਅਸੀਂ ਥੱਲੇ ਸੁੱਟਦੇ ਆ ਫਿਰ ਉਹ ਪੋਟੈਂਸ਼ੀਅਲ એનર્ਜੀ ਬਦਲਦੀ ਹੈ। ਕਿਹਦੇ ਵਿੱਚ ਬਦਲਦੀ ਹੈ? ਕਾਈਨੈਟਿਕ એનર્ਜੀ ਦੇ ਵਿੱਚ। ਆਪ ਥੱਲੇ ਆਈ ਜਾਂਦੀ ਹੈ, ਕਾਈਨੈਟਿਕ એનર્ਜੀ ਵਿੱਚ ਬਦਲਦੀ ਰਹਿੰਦੀ ਹੈ। ਫਿਰ ਥੱਲੇ ਜਾ ਕੇ ਟਰਬਾਈਨ ਦੇ ਉੱਤੇ ਪਾਣੀ ਡਿੱਗਦਾ ਹੈ, ਟਰਬਾਈਨ ਘੁੰਮਦੀ ਹੈ, ਫਿਰ ਇਲੈਕਟ੍ਰਿਸਿਟੀ ਪੈਦਾ ਹੋ ਜਾਂਦੀ ਹੈ। ਕਹਿਣ ਦਾ ਮਤਲਬ ਹੈ એનર્ਜੀ ਆਪਣਾ ਰੂਪ, ਆਪਣੀ ਫਾਰਮ ਵੀ ਜਿਹੜੀ ਹੈ ਉਹ ਚੇਂਜ ਕਰਦੀ ਹੈ। એનર્ਜੀ ਜਿਹੜੀ ਹੈ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਜਿਹੜੀ ਹੈ ਉਹ ਟ੍ਰਾਂਸਫਰ ਹੋ ਜਾਂਦੀ ਹੈ। ਹਾਂਜੀ ਬੇਟਾ ਇਸ ਦਾ ਕਲੀਅਰ। ਕਹਿਣ ਦਾ ਮਤਲਬ ਅਸੀਂ ਗੱਲ ਕਰ ਰਹੇ ਹਾਂ ਦੋ એનર્ਜੀ ਦੀ, ਇੱਕ ਕਾਈਨੈਟਿਕ એનર્ਜੀ, ਦੂਸਰੀ ਹੈਗੀ ਹੈ ਪੋਟੈਂਸ਼ੀਅਲ એનર્ਜੀ। ਵਿੱਚੋਂ ਕਾਈਨੈਟਿਕ એનર્ਜੀ ਮੋਸ਼ਨ ਵਾਲੀ ਤੇ ਪੋਟੈਂਸ਼ੀਅਲ એનર્ਜੀ ਹੈ ਤੁਹਾਡੀ ਆਪਣੀ ਹਾਈਟ ਗੇਨ ਕਰਕੇ ਜਿਹੜੀ ਮੈਂ ਗੱਲ ਕਰ ਰਿਹਾ। ਹੁਣ ਸੋਚਣ ਵਾਲੀ ਗੱਲ ਹੈ, ਜਿਹੜੀ ਮੰਨ ਲਓ ਇੱਕ ਇੱਟ ਹੈ ਬਿਲਕੁਲ ਬਨੇਰੇ ਦੇ ਉੱਤੇ ਪਈ ਹੈ। ਸੋਚੋ ਉੱਪਰ ਬਨੇਰੇ ਦੇ ਉੱਤੇ ਇੱਟ ਪਈ ਹੈ, ਕੀ ਇੱਟ ਆਪੇ ਚਲੀ ਗਈ? ਨਹੀਂ। ਜੇ ਇੱਟ ਕਿਸੇ ਹਾਈਟ ਤੇ ਪਈ ਹੈ, ਇਹਦਾ ਮਤਲਬ ਹੈ ਕਿ ਇਹਨੂੰ ਉੱਪਰ ਲੈ ਕੇ ਜਾਣ ਦਾ ਕਿਸੇ ਨਾ ਕਿਸੇ ਨੇ ਵਰਕ ਕੀਤਾ ਹੈ। ਜਦੋਂ ਵਰਕ ਕੀਤਾ ਉਹਨੇ ਆਪਣੀ ਹਾਈਟ ਗੇਨ ਕਰ ਲਈ। ਇਹਦਾ ਮਤਲਬ ਹੈ ਕਿ ਇਸ ਟਾਈਮ ਜਿਹੜੀ ਇੱਟ ਉੱਪਰ ਪਈ ਹੈ ਬਨੇਰੇ ਦੇ ਉੱਤੇ, ਕੀ ਉਹਦੇ ਕੋਲ ਕੋਈ એનર્ਜੀ ਹੈ? ਯੈਸ। ਭਾਵੇਂ ਉਹ ਰੈਸਟ ਵਿੱਚ ਪਈ ਹੈ, ਆਰਾਮ ਨਾਲ ਬਨੇਰੇ ਤੇ ਇੱਟ ਪਈ ਹੈ, ਰੈਸਟ ਵਿੱਚ ਹੈ, ਕੀ ਉਹਦੇ ਕੋਲ એનર્ਜੀ ਹੈ? ਯੈਸ, ਉਹਦੇ ਕੋਲ એનર્ਜੀ ਹੈ। ਕਿਹੜੀ એનર્ਜੀ ਹੈ? ਪੋਟੈਂਸ਼ੀਅਲ એનર્ਜੀ ਹਾਈਟ ਕਰਕੇ। ਉਹ એનર્ਜੀ ਅਸੀਂ ਪ੍ਰੂਵ ਕਰਾਂਗੇ, ਇਹਨੂੰ ਅਸੀਂ mgh ਹੀ ਪ੍ਰੂਵ ਕਰਕੇ ਦੇਵਾਂਗੇ ਦੁਬਾਰਾ। mgh ਉਹਦੇ ਕੋਲ ਪੋਟੈਂਸ਼ੀਅਲ એનર્ਜੀ ਹੈਗੀ ਹੈ। ਤੇ ਜੇਕਰ ਗਲਤੀ ਨਾਲ ਉਹ ਇੱਟ ਜਿਹੜੀ ਹੈ ਹੱਥੋਂ ਨਿਕਲ ਜਾਏ, ਉਥੋਂ ਕਿਸੇ ਨੇ ਬਾਈ ਚਾਂਸ ਥੱਲੇ ਧੱਕਾ ਲਾਤਾ ਮਾੜਾ ਜਾ, ਜਦੋਂ ਇੱਟ ਥੱਲੇ ਨੂੰ ਆਉਂਦੀ ਹੈ, ਪੋਟੈਂਸ਼ੀਅਲ એનર્ਜੀ ਨੂੰ ਕੀ ਹੁੰਦਾ ਹੈ? ਪੋਟੈਂਸ਼ੀਅਲ એનર્ਜੀ ਡਿਪੈਂਡ ਕਰਦੀ ਹੈ ਹਾਈਟ ਦੇ ਉੱਪਰ। ਜਿੰਨੀ ਹਾਈਟ ਤੇ ਜ਼ਿਆਦਾ ਲੈ ਜਾਓਗੇ ਓਨੀ ਉਹਦੇ ਅੰਦਰ ਪੋਟੈਂਸ਼ੀਅਲ એનર્ਜੀ ਜਿਹੜੀ ਹੈ ਉਹ ਜ਼ਿਆਦਾ ਆਏਗੀ। ਤੇ ਜਦੋਂ ਇੱਟ ਥੱਲੇ ਨੂੰ ਆਏਗੀ, ਹਾਈਟ ਘਟਦੀ ਜਾਂਦੀ ਹੈ, ਪੋਟੈਂਸ਼ੀਅਲ એનર્ਜੀ ਘਟਦੀ ਜਾ ਰਹੀ ਹੈ, ਬਟ ਉਹ ਬਹੁਤ ਸਪੀਡ ਜਿਹੜੀ ਹੈ ਥੱਲੇ ਆਏਗੀ। ਕਹਿਣ ਦਾ ਮਤਲਬ ਪੋਟੈਂਸ਼ੀਅਲ એનર્ਜੀ ਤੁਹਾਡੀ ਕਾਦੇ ਵਿੱਚ ਕਨਵਰਟ ਹੋ ਜਾਂਦੀ ਹੈ? ਕਾਈਨੈਟਿਕ એનર્ਜੀ ਵਿੱਚ ਕਨਵਰਟ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਜਦੋਂ ਇੱਟ ਗਰਾਊਂਡ ਤੇ ਪਹੁੰਚ ਗਈ ਤੇ ਹਾਈਟ ਖਤਮ ਹੋ ਗਈ, ਪੋਟੈਂਸ਼ੀਅਲ એનર્ਜੀ ਜਿਹੜੀ ਹੈ ਉਹ ਫਿਨਿਸ਼, ਪੋਟੈਂਸ਼ੀਅਲ એનર્ਜੀ ਖਤਮ, ਉਹ ਇੱਕਦਮ ਸਾਰੀ ਦੀ ਸਾਰੀ ਕਾਈਨੈਟਿਕ એનર્ਜੀ ਵਿੱਚ ਬਦਲ ਗਈ। ਤੇ ਥੱਲੇ ਜਾ ਕੇ ਜਦੋਂ ਇੱਕਦਮ ਸਟ੍ਰਾਈਕ ਕਰਦੀ ਹੈ ਤੇ ਆਵਾਜ਼ ਵੀ ਆਉਂਦੀ ਹੈ, ਫਿਰ ਸਾਨੂੰ ਸਾਊਂਡ એનર્ਜੀ ਵੀ ਜਿਹੜੀ ਪ੍ਰੋਡਿਊਸ ਹੋ ਜਾਂਦੀ ਹੈ। ਹਾਂਜੀ ਬੇਟਾ ਕਲੀਅਰ। ਇਹਦਾ ਮਤਲਬ ਜਿਹੜੀ ਚੀਜ਼ ਹਾਈਟ ਤੇ ਪਈ ਹੁੰਦੀ ਹੈ ਉਹਦੇ ਕੋਲ એનર્ਜੀ ਸਟੋਰ ਹੁੰਦੀ ਹੈ। ਉਹ ਕਿਉਂ? ਕਿਉਂਕਿ ਉਹਨੂੰ ਹਾਈਟ ਤੇ ਪਹੁੰਚਾਉਣ ਵਾਸਤੇ ਤੁਸੀਂ ਕਦੀ ਨਾ ਕਦੀ ਕੋਈ ਵਰਕ ਕੀਤਾ ਸੀ। ਕੋਈ ਕੰਸਟਰਕਸ਼ਨ ਦਾ ਵਰਕ ਚੱਲ ਰਿਹਾ, ਮੰਨ ਲਓ ਮਜ਼ਦੂਰ ਤੁਸੀਂ ਦੇਖਿਆ ਹੋਣਾ, ਥੱਲੋਂ ਇੱਟ ਫੜਦੇ ਆ ਉੱਪਰ ਨੂੰ ਸੁੱਟਦੇ ਆ। ਇਹਦਾ ਮਤਲਬ ਹੈ ਜਦੋਂ ਥੱਲੋਂ ਇੱਟ ਅਸੀਂ ਤਾਂ ਨੂੰ ਸੁੱਟੀ, ਉਸ ਮਜ਼ਦੂਰ ਨੇ, ਉਸ ਲੇਬਰ ਨੇ ਜਿਹੜਾ ਹੈ ਉਹ ਵਰਕ ਕੀਤਾ। ਉਹ ਵਰਕ ਕਰਕੇ ਤੁਸੀਂ ਦੇਖੋਗੇ ਇੱਟ ਉੱਪਰ ਜਾਂਦੀ ਹੈ, ਗ੍ਰੈਵਿਟੀ ਦੇ ਅਗੇਂਸਟ ਮੂਵ ਕਰਦੀ ਹੈ। ਉੱਪਰ ਜਾਂਦੀ ਜਾਂਦੀ ਉਹਦੀ ਸਪੀਡ ਘਟਦੀ ਜਾਂਦੀ ਹੈ ਤੇ ਉੱਪਰ ਜਿਹੜਾ ਮਜ਼ਦੂਰ ਖਲੋਤਾ ਹੈ ਉਹ ਉਹਨੂੰ ਆਰਾਮ ਨਾਲ ਵੈਰੀ ਈਜ਼ੀਲੀ ਉਹਨੂੰ ਕੈਚ ਕਰ ਲੈਂਦਾ। ਕਿਉਂ ਕੈਚ ਕਰਦਾ? ਕਿਉਂਕਿ ਵਰਕ ਡਨ ਅਗੇਂਸਟ ਗ੍ਰੈਵਿਟੀ। ਗ੍ਰੈਵਿਟੀ ਕਹਿੰਦੀ ਹੈ ਇੱਟ ਨੂੰ ਨੀਚੇ ਆ,
ਪਰ ਇਟ ਉੱਪਰ ਨੂੰ ਜਾ ਰਹੀ ਹੈ, ਉਹਦੀ ਸਪੀਡ ਜਿਹੜੀ ਕਿਨੈਟਿਕ એનર્ਜੀ ਘਟਦੀ ਜਾਂਦੀ ਹੈ, ਇੱਕ ਜਗ੍ਹਾ ਦੇ ਹਾਈਐਸਟ ਪੁਆਇੰਟ ਤੇ ਆ ਕੇ ਉਹ ਰੈਸਟ ਵਿੱਚ ਆ ਜਾਂਦੀ ਹੈ ਤੇ ਉੱਥੋਂ ਉਹਨੂੰ ਕੈਚ ਕਰ ਲੈਂਦਾ। ਇਹਨਾਂ ਉੱਪਰ ਵਾਲਾ ਮਜ਼ਦੂਰ ਤੇ ਉਹਨੂੰ ਕੈਚ ਕਰ ਲੈਂਦਾ ਹੈ ਬੇਟਾ। ਤੇ ਜੇਕਰ ਬਾਈ ਚਾਂਸ ਉੱਤੋਂ ਥੱਲੇ ਇੱਟ ਸੁੱਟੀਏ, ਕਿ ਥੱਲੇ ਵਾਲਾ ਕੈਚ ਕਰੇਗਾ? ਨਹੀਂ ਕਰ ਸਕਦਾ। ਕਾਰਨ ਹੁਣ ਵਰਕ ਡਨ ਇਨ ਦਾ ਡਾਇਰੈਕਸ਼ਨ ਆਫ ਗ੍ਰੈਵਿਟੀ ਹੁੰਦਾ ਹੈ। ਉਹ ਪੋਟੈਂਸ਼ੀਅਲ એનર્ਜੀ ਇੱਕਦਮ ਇੰਨੀ ਕਿਨੈਟਿਕ એનર્ਜੀ ਚ ਬਦਲਦੀ ਹੈ, ਇੰਨੀ ਤੇਜ਼ ਥੱਲੇ ਆਉਂਦੀ ਹੈ ਕਿ ਅਸੀਂ ਉਹਨੂੰ ਜਿਹੜਾ ਹੈ ਕੈਚ ਨਹੀਂ ਕਰ ਸਕਦੇ। ਆਈ ਥਿੰਕ ਤੁਹਾਨੂੰ ਜਿਹੜਾ ਹੈ ਟੌਪਿਕ ਕਲੀਅਰ ਹੋ ਗਿਆ। ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ એનર્ਜੀਜ਼ ਹੁੰਦੀਆਂ ਨੇ, ਹੀਟ એનર્ਜੀ, ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ ਹੈ ਇਲੈਕਟ੍ਰੀਕਲ એનર્ਜੀ ਵੀ ਹੈ, ਲਾਈਟ એનર્ਜੀ ਵੀ ਹੈ, ਜਿਹੜੀ ਆਪਾਂ ਇੱਕ ਦੂਸਰੇ ਨੂੰ ਦੇਖਣ ਦੇ ਕੰਮ ਆ ਰਹੀ ਹੈ। ਲਾਈਟ એનર્ਜੀ, ਹੀਟ એનર્ਜੀ, ਠੀਕ ਹੈ ਬੇਟਾ। ਇਸ ਤਰ੍ਹਾਂ ਦੀਆਂ ਜਿਹੜੀਆਂ ਨਿਊਕਲੀਅਰ એનર્ਜੀ, ਕੈਮੀਕਲ એનર્ਜੀ, ਬਹੁਤ ਸਾਰੀਆਂ એનર્ਜੀਆਂ ਨੇ। ਬੇਸਿਕਲੀ ਅਸੀਂ ਇਸ ਯੂਨਿਟ ਦੇ ਵਿੱਚ ਅਸੀਂ ਇਹਨਾਂ ਦੋਨਾਂ ਬਾਰੇ ਹੀ ਆਪਾਂ ਜਿਹੜੀ ਹੈ ਉਹ ਡਿਸਕਸ ਕਰਾਂਗੇ। ਨਾਓ ਨੈਕਸਟ ਲੈਕਚਰ ਦੇ ਵਿੱਚ ਅਸੀਂ ਮੇਨ ਆਰਟੀਕਲ ਜਿਹੜਾ ਡਰਾਈਵ ਕਰਾਂਗੇ ਕਾਈਨੈਟਿਕ એનર્ਜੀ ਦਾ। ਇਹਦਾ ਫਾਰਮੂਲਾ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਹੈ। ਇਹਦਾ ਫਾਰਮੂਲਾ ਹੁੰਦਾ ਹੈ 12mv²। kinetic energy ਦਾ ਫਾਰਮੂਲਾ 12mv² and we will derive this formula in the next lecture. I hope ਕਿ ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਹੈ ਕਲੀਅਰ ਹੋ ਗਿਆ। ਥੈਂਕ ਯੂ।